स्वागत एक बार फिर तो ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਭਾਰਤ ਦੇ ਮਸਲਿਆਂ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਹਰ ਰੋਜ਼ ਤਰ੍ਹਾਂ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਫਿਰ ਕਰਦੇ ਖਬਰਾਂ ਦੀ ਸ਼ੁਰੂਆਤ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਜੋਦੀ ਸਰਕਾਰ ਨਵਜੀਤ ਜੀ ਮਾਫ ਕਰਨਾ, ਮੈਂ ਤੁਹਾਡੀ ਗੱਲ ਕੱਟਣ ਲੱਗਾ ਜੀ। ਪੰਨੂ ਸਾਹਿਬ ਮੈਂ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ। ਤੁਹਾਨੂੰ ਪਤਾ ਪਿਛਲੇ ਦਿਨੀ ਮੈਂ ਗੱਲ ਕੀਤੀ ਸੀ ਕਿ ਕੁੱਤਿਆਂ ਦਾ ਕਿੰਨਾ ਕਹਿਰ ਜੀ। ਮੈਂ ਦੱਸਿਆ ਸੀ ਕਿ ਸਾਰਿਆਂ ਦੇ ਵਹਿੰਦਿਆਂ ਤੋਂ ਇੱਕ ਵਿਦੇਸ਼ੀ ਨਸਲ ਦਾ ਕੁੱਤਾ ਬੱਚੇ ਨੂੰ ਧੂ ਕੇ ਲੈ ਗਿਆ ਤੇ ਕਿੰਨੇ ਜਣੇ ਛਡਾਉਂਦੇ ਤੇ ਛੱਡਦਾ ਨਹੀਂ ਸੀ। ਬਿਲਕੁਲ। ਹੁਣ ਅੱਜ ਇੱਕ ਉਸੇ ਤਰ੍ਹਾਂ ਦੀ ਖਬਰ ਹੋਰ ਆਈ ਹੈ। ਹਿੰਦੁਸਤਾਨ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਹ ਖਬਰ ਆਈ ਹੈ, ਜਿਹਨੂੰ ਪੜ੍ਹਨ ਤੋਂ ਬਾਅਦ ਤੇ ਟੀਵੀ ਉੱਤੇ ਸੁਣਨ ਤੋਂ ਬਾਅਦ ਮੈਂ ਹਲੂਣਿਆ ਗਿਆ ਜੀ। ਉੱਥੇ ਇੱਕ ਕਾਰੋਬਾਰੀ ਸ਼ੌਕੀਨ ਛੋਕਰੇ ਨੇ ਪਿਟਬੁਲ ਵਿਦੇਸ਼ੀ ਕੁੱਤਾ ਰੱਖਿਆ ਸੀ। ਆਪ ਉਹ ਕੰਮ ਤੇ ਚਲਾ ਜਾਂਦਾ ਸੀ। ਕੁੱਤਾ ਛੱਤ ਦੇ ਉੱਤੇ ਬੰਨਿਆ ਹੁੰਦਾ ਸੀ। ਘਰ ਵਿੱਚ ਮਾਂ ਇਕੱਲੀ ਹੁੰਦੀ ਸੀ। ਕੱਲ ਕੁੱਤਾ ਪਤਾ ਨਹੀਂ ਕਿਸ ਤਰ੍ਹਾਂ ਸੰਗਲੀ ਤੜਾ ਗਿਆ। ਮਾਂ ਛੱਤ ਤੇ ਸੈਰ ਕਰਦੀ ਪਈ ਸੀ, ਲਾਗੇ ਕੋਈ ਹੈਗਾ ਨਹੀਂ ਸੀ। ਕੁੱਤਾ ਮਾਂ ਦੇ ਉੱਤੇ ਝਪਟ ਪਿਆ, ਉਹਨੇ ਹਮਲਾ ਕੀਤਾ। ਮਾਂ ਚੀਕਾਂ ਮਾਰਦੀ ਰਹੀ। ਛੱਤ ਤੇ ਉਹਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਅਖੀਰ ਉਹ ਡਿੱਗ ਪਈ। ਕੁੱਤੇ ਨੇ ਮਾਂ ਦਾ ਮਾਸ ਖਾਣਾ ਸ਼ੁਰੂ ਕਰਤਾ ਜੀ। 1.5 ਘੰਟੇ ਬਾਅਦ ਕਿਤੇ ਕੰਮ ਕਰਨ ਵਾਲੀ ਨੌਕਰਾਣੀ ਆਈ। ਉਹ ਉੱਪਰ ਗਏ ਕੁੱਤੇ ਨੂੰ ਹਟਾਉਣ ਲਈ। ਕੁੱਤਾ ਉਹਨੂੰ ਪੈ ਗਿਆ, ਉਹ ਭੱਜ ਕੇ ਪਿੱਛੇ ਚਲੀ ਗਈ। ਬਾਹਰ ਜਾ ਕੇ ਉਹਨੇ ਗੁਆਂਢੀਆਂ ਨੂੰ ਵੀ ਆਖਿਆ। ਫਿਰ ਉਸ ਨੌਜਵਾਨ ਨੂੰ ਫੋਨ ਕੀਤਾ ਕਿ ਤੇਰੀ ਮਾਂ ਨੂੰ ਤੇਰਾ ਕੁੱਤਾ ਖਾਈ ਜਾਂਦਾ। ਉਹ ਉੱਥੋਂ ਗੱਡੀ ਲੈ ਕੇ ਆਇਆ। ਆਉਂਦਿਆਂ ਉਹਨੂੰ ਵੀ ਕੋਈ ਅੱਧਾ ਪੌਣਾ ਘੰਟਾ ਲੱਗਾ ਹੋਊਗਾ। ਜਦ ਤੱਕ ਉਹ ਘਰ ਪਿਆ ਆਇਆ, ਉਹਦੇ ਪਹੁੰਚਣ ਤੱਕ ਮਾਂ ਦੇ ਕਈ ਹਿੱਸਿਆਂ ਦਾ, ਕਈ ਅੰਗਾਂ ਦਾ ਸਾਰਾ ਮਾਸ ਕੁੱਤਾ ਖਾ ਚੁੱਕਾ ਸੀ ਤੇ ਹੱਡੀਆਂ ਨੰਗੀਆਂ ਸਨ। ਉਹਨੇ ਆ ਕੇ ਝੁੜਕ ਕੇ ਔਖੇ ਸੌਖੇ ਕੁੱਤਾ, ਕਿਉਂਕਿ ਉਹਦਾ ਪਾਲਿਆ ਸੀ, ਉਹ ਬੰਨਿਆ। ਫਿਰ ਮਾਂ ਨੂੰ ਛਡਾਇਆ। ਮਾਂ ਨੂੰ ਗੱਡੀ ਵਿੱਚ ਪਾਇਆ, ਹਸਪਤਾਲ ਲੈ ਕੇ ਗਿਆ ਤੇ ਜਾਂਦਿਆਂ ਨੂੰ ਡਾਕਟਰਾਂ ਨੇ ਕਿਹਾ ਮਰੀ ਹੋਈ ਚੁੱਕ ਲਿਆ, ਇਹਦਾ ਕੋਈ ਇਲਾਜ ਨਹੀਂ ਹੋ ਸਕਦਾ। ਉਹ ਹੁਣ ਕੁੱਤੇ ਨੂੰ ਕੁਝ ਕਹਿ ਨਹੀਂ ਸਕਦਾ। ਜੇ ਕਹੇਗਾ ਤੇ ਦਿੱਲੀ ਤੱਕ ਗੂੰਜਾਂ ਪੈ ਜਾਣੀਆਂ ਕਿ ਕੁੱਤੇ ਤੇ ਹਮਲਾ ਕੀਤਾ ਗਿਆ ਜੀ। ਸਾਡੇ ਸਮਾਜ ਵਿੱਚ ਅੱਗੇ ਇਹ ਕਹਿੰਦੇ ਹੁੰਦੇ ਸੀ ਕਿ ਬੰਦੇ ਨੂੰ ਕੁੱਤਾ ਵੱਢ ਖਾਵੇ ਇਹ ਕੋਈ ਖਬਰ ਨਹੀਂ, ਕੁੱਤੇ ਨੂੰ ਬੰਦਾ ਕੁਛ ਆਖੇ ਤੇ ਉਹ ਖਬਰ ਬਣਦੀ ਹੈ। ਹੁਣ ਵੀ ਇਹ ਹਾਲਤ ਹੈ ਕਿ ਜੇ ਕੁੱਤਾ ਬੰਦੇ ਨੂੰ ਵੱਢ ਖਾਵੇ, ਪਾਲਣ ਵਾਲੇ ਦੀ ਮਾਂ ਦਾ ਮਾਸ ਧੂ ਕੇ ਲੈ ਜੇ ਤੇ ਹੱਡੀਆਂ ਰਹਿ ਜਾਣ, ਇਹ ਤਾਂ ਕੋਈ ਖਬਰ ਨਹੀਂ। ਜੇ ਕੁੱਤੇ ਨੂੰ ਡੰਡਾ ਵੀ ਮਾਰ ਦਿੱਤਾ ਤੇ ਖਬਰ ਦਿੱਲੀ ਤੱਕ ਰੌਲਾ ਪਵੇਗਾ, ਅਦਾਲਤਾਂ ਤੱਕ ਵੀ ਜਾਵੇਗਾ। ਉਹ ਮੁੰਡਾ ਮੱਥੇ ਤੇ ਹੱਥ ਮਾਰਦਾ ਹੋਵੇਗਾ, ਪਛਤਾਉਂਦਾ ਹੋਵੇਗਾ ਮੈਂ ਕੁੱਤਾ ਕਿਉਂ ਲਿਆਂਦਾ ਘਰ। ਇਹਦੇ ਤੋਂ ਬਾਕੀ ਸਾਰੇ ਲੋਕ ਜਿਨ੍ਹਾਂ ਨੇ ਇਹੋ ਜਿਹੇ ਕੁੱਤੇ ਰੱਖੇ ਹੋਏ ਨੇ, ਬੜੇ ਮਾਣ ਨਾਲ ਆਏ ਗਏ ਨੂੰ ਵਿਖਾਉਂਦੇ, ਉਹਦੇ ਸਿਰ ਤੇ 5-5 ਪੁੱਛ ਕਰਕੇ ਹੱਥ ਫੇਰਦੇ ਨੇ। ਇਹ ਸ਼ੋਅ ਪੀਸ ਜਿਹੜੇ ਰੱਖੇ ਹੋਏ ਨੇ, ਇਹ ਖਿਆਲ ਰੱਖ ਲੈਣ ਕੱਲ੍ਹ ਨੂੰ ਤੁਹਾਡੇ ਬਜ਼ੁਰਗ ਮਾਂ-ਬਾਪ ਜਾਂ ਤੁਹਾਡੇ ਕਿਸੇ ਬੱਚੇ ਨਾਲ ਕੋਈ ਹਾਦਸਾ ਵਾਪਰ ਸਕਦਾ। ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਕੱਲ੍ਹ ਯੂਪੀ ਦੇ ਇੱਕ ਬਾਜ਼ਾਰ ਤੋਂ ਖਬਰ ਆਈ ਹੈ। ਬਾਜ਼ਾਰ 'ਚ ਗਾਵਾਂ ਵਾਰਾ ਤੁਰੀਆਂ ਫਿਰਦੀਆਂ, ਸਾਡੇ ਵੀ ਫਿਰਦੀਆਂ, ਦਿੱਲੀ 'ਚ ਵੀ ਫਿਰਦੀਆਂ, ਯੂਪੀ 'ਚ ਵੀ ਫਿਰਦੀਆਂ। ਵਾਰਾ ਫਿਰਦੀਆਂ ਗਾਵਾਂ ਨੂੰ ਲੋਕ ਡੰਡੇ ਮਾਰ ਕੇ ਵੀ ਭਜਾਉਂਦੇ ਆ, ਪਰ ਕੁਝ ਲੋਕ ਗਾਵਾਂ ਨੂੰ ਪੇੜਾ ਵੀ ਚਾਰਦੇ ਆ। ਇੱਕ ਗਾਂ ਬਾਜ਼ਾਰ ਵਿੱਚ ਫਿਰਦੀ ਸੀ, ਜਿਹੜਾ ਆਵੇ ਉਹਨੂੰ ਕੋਈ ਡੰਡਾ ਮਾਰ ਜੇ, ਕੋਈ ਧੱਕਾ ਮਾਰ ਜੇ, ਇੱਕ ਆਦਮੀ ਉਹਨੂੰ ਸ਼ਰਧਾ ਨਾਲ ਆਟੇ ਦਾ ਪੇੜਾ ਚਾਰਨ ਵਾਸਤੇ ਆਇਆ ਸੀ ਤੇ ਗਾਂ ਨੇ ਸਮਝਿਆ ਵੀ ਇਹ ਵੀ ਮੈਨੂੰ ਮਾਰਨ ਵਾਲਾ ਹੀ ਆ। ਗਾਂ ਨੇ ਅੱਗੋਂ ਸਿੰਘਾਂ ਤੇ ਚੁੱਕ ਲਿਆ। ਬਾਜ਼ਾਰ ਵਾਲੇ ਛਡਾਉਂਦੇ ਰਹੇ, ਜਦ ਤੱਕ ਛੁਡਾਇਆ ਮਰਨਾਊ ਹੋ ਗਿਆ। ਬਾਅਦ 'ਚ ਹਸਪਤਾਲ ਲੈ ਗਏ। ਉਹ ਬਾਅਦ 'ਚ ਬਚਿਆ ਕਿ ਨਹੀਂ ਬਚਿਆ ਮੈਨੂੰ ਇਹਦਾ ਕੋਈ ਪਤਾ ਨਹੀਂ। ਇਹ ਸਮੱਸਿਆ ਵਾਘੇ ਦੇ ਬਾਰਡਰ ਤੋਂ ਲੈ ਕੇ ਕਲਕੱਤੇ ਤੋਂ ਅੱਗੇ ਸਮੁੰਦਰ ਤੱਕ ਜਾਂਦੀ ਹੈ, ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਜਾਂਦੀ ਹੈ। ਇੱਥੇ ਇਨਸਾਨ ਦੀ ਜਾਨ ਜਿਹੜੀ ਉਹ ਸਸਤੀ ਹੋ ਗਈ ਆ। ਪਸ਼ੂਆਂ ਦੀ, ਜਾਨਵਰਾਂ ਦੀ ਜਾਨ ਜਿਹੜੀ ਆ ਉਹ ਕੀਮਤੀ ਹੋ ਗਈ ਹੈ। ਘਰਾਂ ਵਿੱਚ ਪਾਲੇ ਹੋਏ ਕੁੱਤੇ
ਉਹ ਘਰ ਦੇ ਜੀਆਂ ਨੂੰ ਖਾਣ ਤੱਕ ਪਹੁੰਚਣ ਲੱਗ ਪਏ ਨੇ, ਪਰ ਸਾਡਾ ਸ਼ੌਕ ਅਜੇ ਨਹੀਂ ਗਿਆ। ਇਹ ਜਿਹੜੀਆਂ ਗੱਲਾਂ ਨੇ ਇਹਨਾਂ ਬਾਰੇ ਕੌਣ ਸੋਚੇਗਾ? ਜੀ, ਨਾ ਸਮਾਜ ਸੋਚਦਾ, ਨਾ ਸਰਕਾਰ ਸੋਚਦੀ ਹੈ। ਇੱਥੇ ਗਾਵਾਂ ਇਸ ਕਰਕੇ ਨਹੀਂ ਰੱਖੀਆਂ ਜਾਂਦੀਆਂ ਕਿ ਸ਼ਰਧਾ ਦਾ ਸਵਾਲ ਹੈ, ਇਸ ਕਰਕੇ ਰੱਖੀਆਂ ਜਾਂਦੀਆਂ ਕਿ ਗਾਵਾਂ ਦੇ ਨਾਂ ਤੇ ਗਊਸ਼ਾਲਾ ਬਣਾਵਾਂਗੇ, ਮੰਤਰੀ ਦੇ ਘਰ ਦਾ ਐਡਰੈਸ ਹੋਵੇਗਾ, ਸ਼ਾਮਲਾਟ ਜ਼ਮੀਨ ਜਿਹੜੀ ਉਹਦੇ ਆਪਣੇ ਨਾਂ ਅਲਾਟ ਕਰਾਵਾਂਗੇ, ਕੌਡੀਆਂ ਦੇ ਭਾਅ ਕਰੋੜਾਂ ਦੀ ਜ਼ਮੀਨ ਜਿਹੜੀ ਉੱਤੇ ਕਬਜ਼ਾ ਕਰਾਂਗੇ। ਇੱਕ ਥਾਂ ਨਹੀਂ, ਪੰਜਾਬ ਵਿੱਚ ਇਹੋ ਜਿਹੇ ਕਬਜ਼ੇ 100 ਤੋਂ ਵੱਧ ਥਾਵਾਂ ਤੇ ਹੋਏ ਆ ਜੀ, ਜਿੱਥੇ ਅਵਾਰਾ ਫਿਰਦੀਆਂ ਗਾਵਾਂ ਦੀ ਸੰਭਾਲ ਦੇ ਨਾਂ ਦੇ ਉੱਤੇ ਇਹੋ ਜਿਹੇ ਕਬਜ਼ੇ ਕੀਤੇ ਗਏ ਆ। ਇਹ ਸਾਰਾ ਕੁਝ ਕੀ ਹੋ ਰਿਹਾ? ਇਹ ਜੋ ਕੁਝ ਵੀ ਹੁੰਦਾ ਪਿਆ ਇਹ ਗਲਤ ਹੈ, ਗਲਤ ਹੈ, ਗਲਤ ਹੈ। ਇਹਦੇ ਉੱਤੇ ਕਦੇ ਨਾ ਕਦੇ ਸਮਾਜ ਨੂੰ ਸੋਚਣਾ ਪਊ। ਅੱਜ ਨਾ ਸੋਚੂ, ਸਾਡੀ ਅਗਲੀ ਪੀੜ੍ਹੀ ਆ ਕੇ ਬਹੁਤ ਸਖਤੀ ਨਾਲ ਇਹਨਾਂ ਪਸ਼ੂਆਂ ਨਾਲ ਵੀ ਨਜਿੱਠੇਗੀ ਤੇ ਸਾਡੀ ਪੀੜ੍ਹੀ ਵਾਲੇ ਲੋਕਾਂ ਨੂੰ, ਖਾਸ ਕਰਕੇ ਲੀਡਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਵੇਗੀ। ਬਿਲਕੁਲ ਸਹੀ ਗੱਲ ਹੈ ਪਨੂ ਸਾਹਿਬ। ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਅਮਨ ਅਰੋੜਾ ਸਾਹਿਬ ਨੇ ਮੁੱਦਾ ਕਈ ਵਾਰ ਚੁੱਕਿਆ ਸੀਗਾ। ਖੈਰ ਹੁਣ ਤਾਂ ਸਰਕਾਰ ਆਪਣੀਆਂ ਜ਼ਰੂਰ ਇਹ ਮੁੱਦਾ ਚੁੱਕਣਗੇ। ਦੂਸਰੇ ਪਾਸੇ ਜੇਕਰ ਘਪਲਿਆਂ ਦੀ ਗੱਲ ਕਰੀਏ ਤਾਂ ਪਨੂ ਸਾਹਿਬ ਸਾਧੂ ਸਿੰਘ ਧਰਮਸੋਤ ਦੀ ਇੱਕ ਹੋਰ ਫਾਈਲ ਕਹਿੰਦੇ ਖੁੱਲਣ ਲੱਗੀਆਂ, ਮੁਸੀਬਤਾਂ ਵੱਜਣੇ। ਚਲੋ ਮੁਸੀਬਤਾਂ ਤਾਂ ਪਹਿਲਾਂ ਹੀ ਬਹੁਤ ਵਧੀਆਂ ਪਈਆਂ, ਇਹ ਹੁਣ ਨਵਾਂ ਘਪਲਾ ਜਾਂ ਕੋਈ ਪੁਰਾਣੀ ਫਾਈਲ ਆ? ਨਹੀਂ, ਨਵਾਂ ਹੁਣ ਤਾਂ ਸਾਰਾ 58 ਕਰੋੜ ਦਾ ਘਪਲਾ ਦੱਸਦੇ, ਜਿਹੜਾ ਸ਼ਡਿਊਲਡ ਕਾਸਟ ਜਾਤੀ ਵਾਲੇ ਵਿਦਿਆਰਥੀਆਂ ਦੇ ਵਜ਼ੀਫੇ ਦਾ ਸਵਾਲ ਸੀ ਜੀ। ਉਸ ਵਜ਼ੀਫੇ ਦੇ ਨਾਂ ਦੇ ਉੱਤੇ ਕਹਿੰਦੇ ਸੀ ਆਹ ਕਰਤਾ ਉਹ ਕਰਤਾ ਸਾਧੂ ਸਿੰਘ ਧਰਮਸੋਤ ਨੇ। ਅੱਜ ਪਤਾ ਲੱਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਮੇਰੇ ਕੋਲ ਫਾਈਲ ਆ ਗਈ, ਮੈਂ ਦਸਤਖਤ ਕਰਨ ਲੱਗਾ। ਕਰ ਦਿਓ, ਕੁਝ ਲੋਕਾਂ ਨੂੰ ਜਾਪੂਗਾ ਬਦਲਾ ਲਊ, ਕਾਰਵਾਈ ਹੈ। ਪਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੀ ਗੱਲ ਨਹੀਂ, ਉਹਦੇ ਤੋਂ ਪਛਾਂ ਜਾਓ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ ਸਾਧੂ ਸਿੰਘ ਧਰਮਸੋਤ ਮੰਤਰੀ ਹੁੰਦਾ ਸੀ, ਰੋਜ਼ ਰੌਲਾ ਪੈਂਦਾ ਸੀ ਵੀ ਇਹ ਸ਼ਡਿਊਲਡ ਕਾਸਟ ਵਿਦਿਆਰਥੀਆਂ ਦੇ, ਉਹਨਾਂ ਬੱਚਿਆਂ ਦੇ ਵਜ਼ੀਫੇ ਖਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਦੀ ਪੜਤਾਲ ਕਿਉਂ ਨਾ ਕਰਵਾਈ? ਜੀ, ਜੋ ਨਹੀਂ ਸੀ ਕਰਾਈ ਤੇ ਅਗਲੀ ਸਰਕਾਰ ਆ ਕੇ ਕਰਾ ਦਿੰਦੀ। ਹੁਣ ਵਾਲੀ ਸਰਕਾਰ ਕਰਾਉਣ ਲੱਗੀ, ਕੋਈ ਗਲਤ ਨਹੀਂ। ਹੁਣ ਤੇ ਇਹ ਸਿਰਫ 56-58 ਕਰੋੜ ਦਾ ਘਪਲਾ ਦੱਸਦੇ ਆ, ਪਰ ਪਹਿਲਾਂ ਤਾਂ ਕਹਿੰਦੇ ਸੀ 300-400 ਕਰੋੜ ਦਾ ਘਪਲਾ। ਜੀ, ਜੀ। ਮੈਂ ਉਦੋਂ ਵੀ ਪਛਾਣ ਜਾਂਦਾ। ਇੱਕ ਪਾਰਲੀਮੈਂਟ ਮੈਂਬਰ ਹੁੰਦਾ ਸੀ ਸ਼ੇਰ ਸੋ ਘਬਾਇਆ, ਅਕਾਲੀ ਦਲ ਦਾ ਲੀਡਰ ਸੀ, ਅਕਾਲੀ ਦਲ ਨੂੰ ਛੱਡ ਗਿਆ, ਪੁੱਤਰ ਉਹਦਾ ਮੁੜ ਕੇ ਕਾਂਗਰਸ ਵੱਲੋਂ ਐਮਐਲਏ ਬਣਿਆ, ਦਵਿੰਦਰ ਘਬਾਇਆ। ਜੀ, ਜੀ। ਜਦੋਂ ਅਕਾਲੀ ਦਲ ਛੱਡ ਗਿਆ ਸੀ ਤੇ ਉਹਦਾ ਇੱਕ ਕਾਲਜ ਚੱਲਦਾ ਸੀ, ਉਸ ਕਾਲਜ ਦੇ ਉੱਤੇ ਛਾਪੇ ਪਏ ਸੀ, ਉਦੋਂ ਉਹਦੇ ਉੱਤੇ ਵੀ ਦੋਸ਼ ਇਸੇ ਕਿਸਮ ਦਾ ਲੱਗਾ ਸੀ। ਉਹ ਬੰਦਾ ਅਕਾਲੀਆਂ ਦਾ ਵੀ ਸਾਂਝਾ ਸੀ, ਕਾਂਗਰਸੀਆਂ ਦਾ ਵੀ। ਕੋਈ ਸਮਾਂ ਅਕਾਲੀਆਂ 'ਚ ਰਿਹਾ, ਕੁਝ ਕਾਂਗਰਸੀਆਂ ਵਿੱਚ ਰਿਹਾ। ਜਦੋਂ ਅਕਾਲੀਆਂ 'ਚ ਸੀ ਕਾਂਗਰਸੀ ਕਹਿੰਦੇ ਹੁੰਦੇ ਸੀ ਇਹ ਘੁਟਾਲੇ ਕਰਦਾ, ਜਦੋਂ ਕਾਂਗਰਸੀਆਂ ਵਿੱਚ ਸੀ ਅਕਾਲੀ ਕਹਿੰਦੇ ਸੀ ਘੁਟਾਲੇ ਕਰਦਾ। ਇਹਦਾ ਮਤਲਬ ਇਹ ਹੈ ਕਿ ਜਿਹਦੇ ਹੱਥ 'ਚ ਪਾਵਰ ਆ ਗਈ, ਕਸਰ ਕਿਸੇ ਨੇ ਵੀ ਨਹੀਂ ਛੱਡੀ ਹੋਈ। ਔਰ ਇੱਕ ਘੁਟਾਲਾ, ਇੱਥੇ ਤਾਂ ਇੱਟ ਪੁੱਟਿਆ ਘੁਟਾਲੇ, ਹੁਣ ਤਾਂ ਇੱਟ ਪੁੱਟਣ ਦੀ ਵੀ ਲੋੜ ਨਹੀਂ, ਉੱਤੇ ਉੱਤੇ ਤੁਰੇ ਫਿਰਦੇ ਆ ਜੀ। ਕਿਸੇ ਮਾਮਲੇ ਦੇ ਵਿੱਚ ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕਿੰਨੇ ਘੁਟਾਲੇ ਹੋ ਰਹੇ ਆ। ਹੁਣ ਜਿਹੜਾ ਅਜੇ ਪਰਸੋਂ ਪਤਾ ਲੱਗਾ ਕਿ ਪੂਰੇ ਜ਼ੋਰ ਦੇ ਮੀਂਹ ਵਰਦੇ 'ਚ ਪ੍ਰੀਮਿਕਸ ਪਾਇਆ ਜਾ ਰਿਹਾ ਸੀ ਸੜਕ ਤੇ ਜੀ, ਤੇ ਲੋਕਾਂ ਵੀਡੀਓ ਬਣਾ ਕੇ ਭੇਜੀ ਤੇ 3 ਇੰਜੀਨੀਅਰ ਸਸਪੈਂਡ ਕੀਤੇ ਆ। ਤੁਸੀਂ ਇੱਕ ਦੀ ਗੱਲ ਕਰਦੇ ਆ, ਇੱਥੇ ਤਾਂ ਸਭ ਥਾਵਾਂ ਦੇ ਉੱਤੇ ਇਹੋ ਘਪਲੇ ਹੁੰਦੇ ਆ। ਸਾਰਾ ਸਾਲ ਕੱਖ ਨਹੀਂ ਹੁੰਦਾ। ਜਦੋਂ ਬਰਸਾਤਾਂ ਆਉਣ ਲੱਗਦੀਆਂ ਤੇ ਮਹਿਕਮਾ ਕਹਿ ਦਿੰਦਾ ਕਿ 10 ਦਿਨ ਬਾਅਦ ਬਰਸਾਤ ਸ਼ੁਰੂ ਹੋਣੀ ਆ, ਉਦੋਂ ਸਭ ਸੜਕਾਂ ਦੇ ਉੱਤੇ ਪ੍ਰੀਮਿਕਸ ਪਾਉਣ ਵਾਲੀਆਂ ਮਸ਼ੀਨਾਂ ਆ ਜਾਂਦੀਆਂ। ਕਾਲੀ 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 ਪਾਇਆ ਜਾਂਦਾ ਤੇ ਪਾਉਣ ਤੋਂ ਬਾਅਦ ਮੁੜ ਕੇ ਉਹ ਜੋ ਰੁੜ ਜਾਂਦਾ, ਫਿਰ ਕਹਿੰਦੇ ਜੀ ਬਰਸਾਤਾਂ ਰੋੜ ਕੇ ਲੈ ਗਈਆਂ, ਸਾਡਾ ਕਸੂਰ ਕੋਈ ਨਹੀਂ ਜੀ। ਇੱਥੇ ਪਿਛਲੇ ਸਾਲ ਸਾਡੇ ਜਲੰਧਰ ਦੇ ਵਿੱਚ ਇੱਕ ਘਪਲਾ ਇਹੋ ਜਿਹਾ ਹੋਇਆ ਸੀ। ਸੜਕ ਬਣੀ, ਉਸ ਸੜਕ ਦਾ ਰਿਕਾਰਡ ਹੈ, ਇੰਨੀ ਹੰਢਣਸਾਰ ਨਿਕਲੀ ਜਿੰਨੀ ਅੱਜ ਤੱਕ ਦੁਨੀਆ 'ਚ ਕੋਈ ਨਿਕਲੀ ਨਹੀਂ। ਅਸੀਂ ਇਹ ਤਾਂ ਸੁਣਦੇ ਹਾਂ ਫਲਾਣੇ ਥਾਂ ਤੇ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਸੜਕ ਹੈ। ਅਸੀਂ ਇਹ ਤਾਂ ਸੁਣ ਸਕਦੇ ਹਾਂ ਕਿ ਕਿਤੇ ਇੰਦਰਾ ਗਾਂਧੀ ਦੇ ਜਾਂ ਮੁਰਾਰਜੀ ਦੇਸਾਈ ਦੇ ਵੇਲੇ ਦੀ ਬਣੀ ਸੜਕ ਹੋਊ। ਅਸੀਂ ਇਹ ਸੁਣ ਸਕਦੇ ਹਾਂ ਕਿ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਵੇਲੇ ਦੀ ਬਣੀ ਸੜਕ ਜਾਂ ਬਾਦਲ ਸਾਹਿਬ ਦੇ ਵੇਲੇ ਦੀ ਸੜਕ ਹੋਊ। ਜਲੰਧਰ ਵਿੱਚ ਇੱਕ ਇਹੋ ਜਿਹੀ ਸੜਕ ਬਣੀ ਜਿਹਨੇ ਰਿਕਾਰਡ ਕਾਇਮ ਕਰਤਾ, ਪੂਰੇ 10 ਦਿਨ ਕੱਢ ਗਈ ਤੇ 11ਵੇਂ ਦਿਨ ਸਾਰੀ ਲੁੱਕ ਬੱਜਰੀ ਆ ਡਿਫੈਂਸ ਕਲੋਨੀ ਦੇ ਲਾਗੇ ਢੇਰੀ ਹੋਈ ਪਈ ਸੀ ਤੇ ਲੋਕੀ ਉਹਦੇ ਕੋਲੋਂ ਜਿਹੜੇ ਮੋਟਰਸਾਈਕਲਾਂ ਸਕੂਟਰਾਂ ਤੇ ਲੰਘਦੇ ਸੀ ਉਹ ਸਲਿੱਪ ਹੋ ਡਿੱਗਦੇ ਸੀ ਤੇ ਗੱਡੀਆਂ ਜਿਹੜੀਆਂ ਨੇ ਇਹ ਸਲਿੱਪ ਹੁੰਦੀਆਂ ਸੀ, ਕਦੇ ਇੱਧਰ ਜਾਂਦੀਆਂ ਕਦੇ ਇੱਧਰ ਜਾਂਦੀਆਂ ਸੀ। ਇੱਦਾਂ ਦੇ ਕੱਪੜੇ ਇੱਥੇ ਪੰਜਾਬ 'ਚ ਕਿੰਨੇ ਆ? ਕਿਸੇ ਇੱਕ ਡਰੇਨ ਦਾ ਪਤਾ ਕਰ ਲਓ, ਉਹ 'ਚੋਂ ਗਾਰ ਕੱਢੀ ਗਈ ਹੈ। ਬਗੈਰ ਗਾਰ ਕੱਢੀ ਤੋਂ ਬਿੱਲ ਪਾਏ ਜਾ ਰਹੇ ਨੇ, ਬਗੈਰ ਕੰਮ ਕੀਤੇ ਤੋਂ ਪਾਏ ਜਾ ਰਹੇ ਨੇ। ਮੈਂ ਤੁਹਾਨੂੰ ਇਹੋ ਜਿਹੀਆਂ ਥਾਵਾਂ 40 ਦੱਸ ਸਕਦਾ ਪੰਜਾਬ 'ਚ ਜਿਹੜੀਆਂ ਸਰਕਾਰੀ ਸਨ,
ਅੱਡ-ਅੱਡ ਲੋਕਾਂ ਨੂੰ ਝੂਠੇ ਮੁੱਠੇ ਟਰਸਟ ਬਣਾ ਕੇ ਉਹਨਾਂ ਦੇ ਨਾਂ ਤੇ ਅਲਾਟ ਕੀਤੀਆਂ। ਅੰਮ੍ਰਿਤਸਰ ਸ਼ਹਿਰ 'ਚ ਵੀ ਨੇ, ਜਲੰਧਰ ਵਿੱਚ ਵੀ ਨੇ, ਲੁਧਿਆਣੇ 'ਚ ਵੀ, ਪਟਿਆਲੇ 'ਚ ਵੀ, ਸੰਗਰੂਰ 'ਚ ਵੀ, ਸਭ ਥਾਵਾਂ ਤੇ ਹੈਗੀਆਂ ਨੇ। ਇੱਥੋਂ ਤੱਕ ਕਿ ਇੱਥੇ ਸਾਧਾਂ ਸੰਤਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ, ਔਰ ਜੰਗਲਾਤ ਦੀ ਜ਼ਮੀਨ ਜਿਹੜੀ ਅਲਾਟ ਹੀ ਨਹੀਂ ਕੀਤੀ ਜਾ ਸਕਦੀ, ਉਹਨਾਂ ਜਾ ਕੇ ਪਹਿਲਾਂ ਕਬਜ਼ਾ ਕਰ ਲਿਆ। ਉਹ ਕਿਹੜੇ ਧਰਮ ਦੇ ਸੀ, ਕਿਹੜੇ ਦੇ ਨਹੀਂ, ਮੈਂ ਇਹਦੇ 'ਚ ਨਹੀਂ ਜਾਂਦਾ, ਕਿਉਂਕਿ ਜੇ ਇੱਕ ਧਰਮ ਵਾਲੇ ਹੋਣ ਤੇ ਅਸੀਂ ਆਖੀਏ। ਇੱਥੇ ਤੇ 3-4 ਧਰਮਾਂ ਵਾਲੇ, ਔਰ ਸਾਰਿਆਂ ਨੇ ਉਹਨਾਂ ਥਾਵਾਂ ਤੇ ਜਿੱਥੇ ਪ੍ਰਾਈਮ ਲੈਂਡ ਹੈ ਜਾ ਕੇ ਪਹਿਲਾਂ ਡੇਰਾ ਬਣਾਉਣਾ ਸ਼ੁਰੂ ਕਰਤਾ, ਫਿਰ ਥੋੜੀ ਜਿਹੀ ਸੇਵਾ ਲਾਤੀ, ਫਿਰ ਉੱਤੇ ਆਪਣੇ ਧਾਰਮਿਕ ਪ੍ਰੋਗਰਾਮ ਕਰਨੇ ਸ਼ੁਰੂ ਕਰਤੇ, ਸੰਗਤ ਆਉਣੀ ਸ਼ੁਰੂ ਹੋ ਗਈ। ਫਿਰ 2 ਮੰਤਰੀ ਸੱਦੇ, ਮੁੜ ਕੇ ਮੁੱਖ ਮੰਤਰੀ ਸੱਦ ਲਿਆ, ਉਹਨੂੰ ਆਖਿਆ ਜੀ ਆ ਜਰਾ ਘੁੱਗੀ ਮਾਰ ਦਿਓ। ਤੇ ਸੰਗਤ ਦੇ ਸਾਹਮਣੇ ਜਦੋਂ ਪੇਸ਼ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਕਹਿਤਾ ਠੀਕ ਹੈ, ਉੱਦਾਂ ਵੀ ਤੁਸੀਂ ਵਰਤਦੇ ਪਏ, ਚੱਲ ਤੁਹਾਡੇ ਡੇਰੇ ਦੇ ਨਾਂ ਕਰ ਦਿੰਦੇ ਹਾਂ। ਇਹ ਸਾਰਾ ਕੁਝ ਜਿਹੜਾ ਕਪੜਾ ਬਣਾਉਂਦਾ ਪਿਆ, ਉਹਦੇ 'ਚ ਸਾਧੂ ਸਿੰਘ ਧਰਮਸ਼ੋਤ ਗੱਲੇ ਦੀ ਗੱਲ ਨਹੀਂ। ਪੰਜਾਬੀ ਦਾ ਮੁਹਾਵਰਾ ਇੱਕ ਨੂੰ ਕੀ ਰੋਨੀ ਆ, ਊਤ ਗਿਆ ਹੀ ਆਵਾ। ਇੱਥੇ ਤੰਦ ਨਹੀਂ, ਤਾਣੀ ਵਿਗੜੀ ਪਈ ਆ। ਮੁੱਖ ਮੰਤਰੀ ਨੂੰ ਕਹੋ ਲੱਗਾ ਰਵੇ ਅਗਲੇ 5 ਸਾਲ ਇਸੇ ਕੰਮ ਜੀ। ਬਸ ਅੱਗੇ ਵਧਦੇ ਆ, ਉਧਰ ਐਡਵੋਕੇਟ ਜਨਰਲ ਦੇ ਉੱਪਰ ਵੀ ਹਮਲਾ ਹੋਇਆ, ਕਹਿੰਦੇ ਇਹ ਗੱਡੀ ਦੇ ਵਿੱਚ ਸੀਗੇ ਤੇ ਪੱਥਰ ਮਾਰੇ ਗਏ ਆ। ਇਹ ਕਿੰਨਾ ਕੁ ਸੱਚ ਹੈ, ਕੀ ਪੂਰਾ ਮਾਮਲਾ ਹੈ? ਪੱਥਰ ਮਾਰੇ ਨਹੀਂ ਗਏ, ਪੱਥਰ ਮਾਰਿਆ ਗਿਆ, ਸਿਰਫ ਇੱਕ ਪੱਥਰ ਜੀ। ਰੇਲਵੇ ਦਾ ਪਹਿਲਾ ਬਿਆਨ ਆਇਆ ਸੀ ਕਿ ਗੱਡੀ 100 ਦੀ ਸਪੀਡ ਤੇ ਚੱਲਦੀ ਸੀ। ਇੰਨੀ ਸਪੀਡ ਤੇ ਐਡਾ ਨਿਸ਼ਾਨਾ ਬੰਨ੍ਹ ਕੇ ਉਸ ਸ਼ੀਸ਼ੇ ਉੱਤੇ ਪੱਥਰ ਮਾਰਨਾ ਔਖਾ ਹੁੰਦਾ। ਮਗਰੋਂ ਪਤਾ ਲੱਗਾ ਕਿ ਉੱਥੋਂ ਸਟੇਸ਼ਨ ਨੇੜੇ ਹੋਣ ਕਰਕੇ ਗੱਡੀ ਦੀ ਸਪੀਡ ਸਾਰੀ 10-12 ਕਿਲੋਮੀਟਰ ਜਾਂ ਵੱਧ ਤੋਂ ਵੱਧ 20 ਕਿਲੋਮੀਟਰ ਦੀ ਸੀ, ਹੌਲੀ ਹੌਲੀ ਜਾਂਦੀ ਸੀ। ਦੂਜਾ ਇਹ ਕਿ ਸ਼ਤਾਬਦੀ ਐਕਸਪ੍ਰੈਸ ਦੇ ਉੱਤੇ, ਰਾਜਧਾਨੀ ਐਕਸਪ੍ਰੈਸ ਤੇ ਜਿਨ੍ਹਾਂ ਨੇ ਸਫ਼ਰ ਕੀਤਾ, ਉਹਨਾਂ ਨੂੰ ਪਤਾ ਕਿ ਉਹਨਾਂ ਦੇ ਸ਼ੀਸ਼ੇ ਬਹੁਤ ਮੋਟੇ ਹੁੰਦੇ, ਛੇਤੀ ਕਿਤੇ ਕਰੈਕ ਨਹੀਂ ਹੁੰਦਾ ਉਹਨਾਂ 'ਚ। ਇਹ ਕਿੱਡਾ ਕੁ ਮੋਟਾ ਪੱਥਰ ਮਾਰਿਆ ਕਿ ਸਪੀਡ ਤੇ ਜਾਂਦੀ ਗੱਡੀ ਦੇ ਲੱਗਾ ਤੇ ਉਹਦੇ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਸਾਰਾ ਟੁੱਟਾ ਪਿਆ ਵਾ। ਇੱਦਾਂ ਲੱਗਦਾ ਜਿਵੇਂ ਗੋਲੀ ਵੱਜੀ ਹੁੰਦੀ ਹੈ, ਐਡਾ ਵੱਡਾ ਪੱਥਰ ਮਾਰਿਆ ਗਿਆ। ਤੀਜੀ ਗੱਲ, ਉਸ ਡੱਬੇ ਦੇ ਵਿੱਚ ਹੋਰ ਵੀ ਮੁਸਾਫਰ ਸਨ। ਅਗਲੇ ਪਾਸੇ ਵਾਲੇ ਵੀ ਰਹਿ ਗਏ ਤੇ ਪਿਛਲੇ ਪਾਸੇ ਵਾਲੇ ਵੀ ਰਹਿ ਗਏ। ਸ਼ੀਸ਼ਾ ਸਿਰਫ ਉੱਥੇ ਕਿਉਂ ਲੱਗਾ ਜਿੱਥੇ ਸਾਹਮਣੇ ਐਡਵੋਕੇਟ ਜਨਰਲ ਬੈਠਾ ਦਿਸਦਾ ਸੀ? ਹੁਣ ਇਹ ਐਡਵੋਕੇਟ ਜਨਰਲ ਦਿੱਲੀ ਤੋਂ ਜਾ ਕੇ ਲਾਰੈਂਸ ਬਿਸ਼ਨੋਈ ਵਾਲਾ ਕੇਸ ਭੁਗਤ ਕੇ ਆ ਰਿਹਾ ਸੀ, ਸਿੱਧੂ ਮੂਸੇਵਾਲੇ ਦਾ ਕੇਸ, ਸਲਮਾਨ ਖਾਨ ਦਾ ਕੇਸ ਜੀ। ਇਹਨੂੰ ਸਿੱਧੂ ਮੂਸੇਵਾਲਾ ਤੇ ਸਲਮਾਨ ਖਾਨ ਦੇ ਕੇਸ ਨਾਲੋਂ ਵੱਧ ਲਾਰੈਂਸ ਬਿਸ਼ਨੋਈ ਦਾ ਕੇਸ ਆਖਿਆ ਜਾ ਰਿਹਾ, ਕਿਉਂਕਿ ਅੱਜ ਦੀ ਤਰੀਕ ਵਿੱਚ ਸਾਡੇ ਮੀਡੀਆ ਨੇ ਸਿੱਧੂ ਮੂਸੇਵਾਲਾ ਤੇ ਸਲਮਾਨ ਖਾਨ ਦੋਵਾਂ ਨਾਲੋਂ ਲਾਰੈਂਸ ਬਿਸ਼ਨੋਈ ਨੂੰ ਵੱਡਾ VIP ਬਣਾਤਾ। ਔਰ ਉਹਦੇ ਪਿੱਛੇ 5-6 ਕਿਸਮ ਦੇ ਵੱਡੇ ਗੈਂਗ ਨੇ। ਉਹਨਾਂ ਗੈਂਗਾਂ ਦਾ ਕਰਕੇ ਇਹਨੂੰ ਲਾਰੈਂਸ ਬਿਸ਼ਨੋਈ ਨੂੰ ਜੇ ਜਾਣਾ ਹੋਵੇ ਮਾਨਸਾ ਤੇ 20-25 ਗੱਡੀਆਂ ਦਾ ਕਾਫਲਾ, ਜੇ ਇਹਨੇ ਅੰਮ੍ਰਿਤਸਰ ਜਾਣਾ ਤੇ 10-20 ਗੱਡੀਆਂ ਦਾ ਕਾਫਲਾ, ਹੁਸ਼ਿਆਰਪੁਰ ਜਾਣਾ ਤੇ ਤਾਂ 30 ਗੱਡੀਆਂ ਦਾ ਕਾਫਲਾ, ਖਰੜ ਜਾਂਦਾ ਤੇ ਗੱਡੀਆਂ ਦਾ ਕਾਫਲਾ। ਔਰ ਮੀਡੀਆ ਵਾਲੇ ਹਰ ਥਾਂ ਤੋਂ ਕਵਰ ਕਰਦੇ ਪਏ। ਲਾਰੈਂਸ ਬਿਸ਼ਨੋਈ ਐਡਾ ਜੇ ਵੱਡਾ ਬਦਮਾਸ਼ ਬਣ ਗਿਆ, ਉਹਦੇ ਵਾਸਤੇ ਤੁਸੀਂ ਇੰਨਾ ਕੁਝ ਕਰਦੇ ਪਏ ਆ। ਉਹਨੂੰ ਖਤਰਾ ਕਿਹਦੇ ਤੋਂ ਆ? ਉਹਦੇ ਵਿਰੋਧੀ ਬਦਮਾਸ਼ਾਂ ਦੇ ਧੜੇ ਤੋਂ ਹੀ ਆ, ਦੂਸਰੇ ਗੈਂਗਸਟਰਾਂ ਤੋਂ ਹੀ ਹੋ। ਇਹਨਾਂ ਦੀ ਆਪਸੀ ਗੈਂਗਵਾਰ ਚੱਲਦੀ, ਉਹਦੇ 'ਚ ਹੋ ਸਕਦਾ। ਉਸ ਬੰਦੇ ਵਾਸਤੇ ਤੁਸੀਂ ਐਡੇ 20 VIP ਪ੍ਰਬੰਧ ਕਰਦੇ ਪਏ ਆ, ਤੇ ਜਿਹੜਾ ਉਹਦੇ ਖਿਲਾਫ ਅਦਾਲਤਾਂ ਵਿੱਚ ਪੇਸ਼ ਹੁੰਦਾ, ਜਿਹੜਾ ਸੁਪਰੀਮ ਕੋਰਟ ਤੱਕ ਗਿਆ, ਉਹਦੇ ਵਾਸਤੇ ਤੁਸੀਂ ਇਹ ਪ੍ਰਬੰਧ ਨਹੀਂ ਕਰ ਸਕਦੇ। ਉਹ ਸਧਾਰਨ ਆਪਣਾ ਬੈਗ ਚੁੱਕ ਕੇ ਤੁਰ ਪਏ, ਬੈਗ ਦੇ ਵਿੱਚ ਫਾਈਲਾਂ ਵੀ ਹੋਣ। ਇਹਦਾ ਮਤਲਬ ਤਾਂ ਇਹ ਆ ਕਿ ਜੇ ਬੰਦੇ ਚੁਸਤ ਹੋਣ ਤੇ ਉਸ ਗੱਡੀ ਦੇ ਵਿੱਚ ਉਹਦੀਆਂ ਫਾਈਲਾਂ ਵੀ ਉਹਦੇ ਕੋਲ ਝਪਟ ਸਕਦੇ ਨੇ। ਹੁਣ ਇਹ ਗੱਲ, ਇਹ ਕੁਝ ਲੋਕ ਕਹਿੰਦੇ ਜੀ ਐਵੇਂ ਸਹਿਸਬਾ ਮੁੰਡਿਆਂ ਦੀ ਆਦਤ ਹੁੰਦੀ ਪੱਥਰ ਮਾਰਨ ਦੀ। ਜੇ ਮੁੰਡਿਆਂ ਦੀ ਆਦਤ ਪੱਥਰ ਮਾਰਨ ਦੀ ਆ, ਸਾਰੀ ਗੱਡੀ ਦੇ ਵਿੱਚ ਸਿਰਫ ਉਸ ਡੱਬੇ ਤੇ ਔਰ ਉਸ ਡੱਬੇ ਦੇ ਵੀ ਅਗਲਿਆਂ ਤੇ ਪਿਛਲਿਆਂ ਸ਼ੀਸ਼ਿਆਂ ਨੂੰ ਛੱਡ ਕੇ ਸਿਰਫ ਤੇ ਸਿਰਫ ਉਸ ਸ਼ੀਸ਼ੇ ਤੇ ਕਿਉਂ ਵੱਜਾ ਜਿੱਥੇ ਸ਼ੀਸ਼ੇ ਦੇ ਨਾਲ ਐ ਬਿਲਕੁਲ ਜੁੜ ਕੇ ਤੇ ਐਡਵੋਕੇਟ ਜਨਰਲ ਬੈਠਾ ਸੀ, ਉਸੇ ਪਾਸੇ ਕਿਉਂ ਵੱਜਾ? ਇਹਦੇ ਤੋਂ ਲੱਗਦਾ ਇਹ ਹੈ ਕਿ ਮਾਮਲਾ ਕੋਈ ਗਹਿਰਾ। ਪੱਥਰ ਮਾਰਨ ਵਾਲਿਆਂ ਨੂੰ ਵੀ ਇਹ ਪਤਾ ਹੋਊਗਾ ਕਿ ਇਸ ਪੱਥਰ ਨਾਲ ਨਹੀਂ ਉਹ ਮਰਨ ਲੱਗਾ, ਪਰ ਇਹ ਪੱਥਰ ਮਾਰ ਕੇ ਇੱਕ ਤਰੀਕੇ ਨਾਲ ਉਹਨੂੰ ਇੱਕ ਚੁਣੌਤੀ, ਇੱਕ ਵਾਰਨਿੰਗ, ਇੱਕ ਸੰਕੇਤ ਦਿੱਤਾ ਗਿਆ ਕਿ ਤੂੰ ਜਿਹੜੀ ਪੈਰਵੀ ਕਰਨੀ ਕਰੀ ਚੱਲ, ਪਰ ਚੇਤਾ ਰੱਖੀ ਅਸੀਂ ਪਿੱਛਾ ਕਿੱਥੋਂ ਤੱਕ ਕਰਦੇ ਹੁੰਦੇ ਹਾਂ। ਇਸ ਮਾਮਲੇ 'ਚ ਜੋ ਵੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ। ਹੁਣ ਮਾਮਲਾ ਕਿਉਂਕਿ ਪਾਣੀਪਤ ਦੇ ਲਾਗੇ ਜਾਂਦੀ ਗੱਡੀ ਦੇ ਉੱਤੇ ਹਮਲਾ ਹੋਇਆ। ਉਹ ਹੁਣ ਪਾਣੀਪਤ ਹਰਿਆਣੇ ਦੀ ਸਰਕਾਰ ਆਖੇਗੀ, ਉੱਥੋਂ ਦੀ ਪੁਲਿਸ ਆਖੇਗੀ ਕਿ ਰੇਲਵੇ ਦਾ ਮਾਮਲਾ ਤੇ ਜਿਹੜੀ GRP ਹੈ, ਗਵਰਨਮੈਂਟ ਰੇਲਵੇ ਪੁਲਿਸ, ਇਹ ਗਵਰਨਮੈਂਟ ਰੇਲਵੇ ਪੁਲਿਸ ਹੁੰਦਾ ਕਹਿੰਦੇ ਆ ਜਦੋਂ ਕੁਝ ਪੁਲਿਸ ਰੇਲਵੇ ਪ੍ਰਾਈਵੇਟ ਹੁੰਦੀ ਸੀ, ਕੁਝ ਗਵਰਨਮੈਂਟ ਹੁੰਦੀ ਸੀ। ਸਰਕਾਰੀ ਰੇਲਵੇ ਦੀ ਸੰਭਾਲ ਵਾਸਤੇ ਜਿਹੜੀ ਪੁਲਿਸ ਲੱਗੀ ਹੁੰਦੀ ਸੀ, ਹੁੰਦੀ ਪੰਜਾਬ ਪੁਲਿਸ ਦਾ ਹਿੱਸਾ ਸੀ, ਉਹਨੂੰ GRP ਕਹਿ ਦਿੰਦੇ ਸੀ,
ਜੀ ਉਹ ਕਹਿਣਗੇ ਜੀ ਜੀਆਰਪੀ ਦਾ ਕੰਮ ਹੈ, ਗਵਰਨਮੈਂਟ ਰੇਲਵੇ ਪੁਲਿਸ ਦਾ ਕੰਮ ਹੈ। ਪਰ ਗਵਰਨਮੈਂਟ ਪੁਲਿਸ ਕਾਹਦੀ ਹੈ? ਗਵਰਨਮੈਂਟ ਰੇਲਵੇ ਪੁਲਿਸ ਕਾਹਦੀ ਹੈ? ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਕੱਲ ਆਈਜੀ ਲੱਗਾ ਹੁੰਦਾ ਲੁਧਿਆਣੇ, ਉਹਨੂੰ ਗਵਰਨਮੈਂਟ ਰੇਲਵੇ ਪੁਲਿਸ ਦਾ ਹੈੱਡ ਬਣਾ ਕੇ ਪਟਿਆਲੇ ਭੇਜ ਦਿੰਦੇ ਆ। ਜਿਹੜਾ ਪਟਿਆਲੇ ਉੱਥੇ ਲੱਗਾ ਹੁੰਦਾ ਉਹਨੂੰ ਮੁੜ ਕੇ ਬਿਜਲੀ ਬੋਰਡ ਦਾ ਵਿਜੀਲੈਂਸ ਦਾ ਹੈੱਡ ਬਣਾ ਕੇ ਭੇਜ ਦਿੰਦੇ ਆ। ਵਿਜੀਲੈਂਸ ਵਾਲੇ ਹੈੱਡ ਨੂੰ ਲਿਆ ਕੇ ਅੰਮ੍ਰਿਤਸਰ ਲਾ ਦਿੰਦੇ ਆ। ਅੰਮ੍ਰਿਤਸਰ ਇਹ ਸਾਰੇ ਆਪੋ 'ਚ ਲੱਗੇ ਹੁੰਦੇ ਆ। ਜੀਆਰਪੀ ਵਾਲੇ ਕੋਈ ਵੱਖਰੇ ਨਹੀਂ, ਉਹ ਵੀ ਹਰਿਆਣਾ ਪੁਲਿਸ ਦਾ ਹਿੱਸਾ। ਇਸ ਕੇਸ ਦੀ ਤਹਿ ਤੱਕ ਜਾਇਆ ਜਾਣਾ ਚਾਹੀਦਾ ਕਿ ਇਹ ਪੱਥਰ ਮਾਰਨ ਦੇ ਪਿੱਛੇ ਢਾਣੀ ਕੌਣ ਸੀ, ਕੀ ਕੁਛ ਸੀ, ਸੱਚ ਸਾਹਮਣੇ ਆਉਣਾ ਚਾਹੀਦਾ। ਜੇ ਸੱਚ ਸਾਹਮਣੇ ਨਹੀਂ ਆਉਂਦਾ ਤੇ ਐਡਵੋਕੇਟ ਜਨਰਲ ਤੇ ਪ੍ਰੈਸ਼ਰ ਹੋਵੇ। ਐਡਵੋਕੇਟ ਜਨਰਲ ਸਿਰਫ ਇੱਥੋਂ ਦਾ ਕੇਸ ਨਹੀਂ ਲੜ ਰਿਹਾ, ਅੱਜ ਜਿਹੜੇ ਬੇਅਦਬੀ ਕੇਸ ਹੈ ਇਹ ਵੀ ਤੇ ਉਹ ਲੜ ਰਿਹਾ। ਬਿਲਕੁਲ ਬੇਅਦਬੀ ਕੇਸ ਜਿਹੜੇ ਪੁਲਿਸ ਵਾਲੇ ਦੋਸ਼ੀ ਆ ਉਹਨਾਂ ਦੀਆਂ ਪਟੀਸ਼ਨਾਂ ਸੀਗੀਆਂ ਹਾਈ ਕੋਰਟ 'ਚ, ਹੁਣ ਤੱਕ ਉਹਨਾਂ ਪਟੀਸ਼ਨਾਂ ਕਰਕੇ ਫਰੀਦਕੋਟ ਵਾਲੇ ਕੇਸਾਂ ਦੀ ਕਾਰਵਾਈ ਨਹੀਂ ਸੀ ਚੱਲ ਰਹੀ। ਉਹ ਪਟੀਸ਼ਨ ਵੀ ਇਸੇ ਨੇ ਰੱਦ ਕਰਾਈ ਹੈ ਪੇਸ਼ ਹੋ ਕੇ। ਇੰਨੇ ਕੇਸ ਜਿਹੜੇ ਉਹ ਸੈਂਸਿਟਿਵ ਲੜਦਾ ਪਿਆ ਤੇ ਉਹਦੇ ਨਾਲ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਆ। ਜੇ ਦਿੱਲੀ ਜਾਣਾ ਆਉਣਾ ਤੇ ਆਉਣ ਵਾਸਤੇ ਬੜੇ ਲੋਕ ਫਲਾਈਟ ਲੈਂਦੇ ਆ, ਜਹਾਜ਼ ਤੇ ਵੀ ਆਇਆ ਜਾ ਸਕਦਾ ਜਾਂ ਉਹਦੇ ਨਾਲ ਕੋਈ ਸੁਰੱਖਿਆ ਦਿੱਤੀ ਜਾ ਸਕਦੀ ਹੈ। ਇਹ ਅੱਗੇ ਤੋਂ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਜੀ। ਪੰਜ ਸਾਹਿਬ ਅਗਲੀ ਗੱਲ ਕਰਦੇ ਆ ਪੰਜਾਬ ਤੋਂ ਹੀ ਹੈ। ਪੰਜਾਬ ਦੇ ਵਿੱਚ ਬੱਚਿਆਂ ਦੇ ਸੁਧਾਰ ਘਰ ਬਣੇ ਆ। ਚਰਚਾ ਚੱਲਦੀ ਪਈ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਬੱਚੇ ਗੁੰਮ ਹੋ ਗਏ। ਜੇਕਰ ਕੁਝ ਮਿਲਦੇ ਆ ਤੇ ਉਹ ਗਿਣਤੀ ਓਨੀ ਨਹੀਂ ਜਿੰਨੇ ਗਵਾਚੇ ਆ। ਇਹ ਗਵਾਚ ਕਿਵੇਂ ਜਾਂਦੇ ਆ ਤੇ ਕਿੰਨੀ ਗਿਣਤੀ ਹੈ? ਪ੍ਰਸ਼ਾਸਨ ਇਹਦੇ ਬਾਰੇ ਕੀ ਕਰ ਰਿਹਾ? ਦੇਖੋ ਜਿਹੜੇ ਅੰਕੜੇ ਅੱਜ ਆਏ ਆ ਸਾਹਮਣੇ, ਇੱਕ ਪੰਜਾਬੀ ਦੀ ਅਖਬਾਰ ਦੀ ਸਾਈਟ ਨੇ ਅੱਜ ਪੇਸ਼ ਕੀਤੇ ਆ। ਉਹਨੇ ਆਖਿਆ ਜੀ 2013 ਤੋਂ ਲੈ ਕੇ 2020 ਤੱਕ 6 ਸਾਲ ਹੈ। 13 ਤੇ 20 7 ਹੁੰਦੇ ਆ, ਪਰ ਅਸੀਂ 7 ਇਸ ਕਰਕੇ ਨਹੀਂ ਗਿਣਦੇ ਕਿਉਂਕਿ ਪਹਿਲਾ ਸਾਲ 13-14 ਗਿਣਿਆ ਜਾਂਦਾ, ਦੂਜਾ 14-15 ਗਿਣਿਆ ਜਾਂਦਾ। ਇਸ ਕਰਕੇ ਅਸਲ 'ਚ ਪਹਿਲਾ ਸਾਲ 13-14 ਹੋਣ ਕਰਕੇ 20 ਤੱਕ 6 ਸਾਲ ਬਣਦੇ ਆ। ਇਹਨਾਂ 6 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 9800 ਦੇ ਕਰੀਬ ਬੱਚੇ ਗਾਇਬ ਹੋਏ। ਤੇ ਕਿੱਥੋਂ ਗਾਇਬ ਹੋਏ? ਸਰਕਾਰ ਦੇ ਚਿਲਡਰਨ ਹੋਮ ਤੋਂ, ਜਿੱਥੇ ਬੱਚਿਆਂ ਦਾ ਸੰਭਾਲ ਕਰ ਰਿਹਾ, ਉੱਥੋਂ ਗੁੰਮ ਹੋਏ ਆ। ਇਹ ਜਿਹੜੇ ਬੱਚੇ ਗੁੰਮ ਹੋਏ ਇਹਨਾਂ 'ਚੋਂ ਕਾਫੀ ਸਾਰੇ ਬੱਚੇ ਪੁਲਿਸ ਨੇ, ਸਰਕਾਰ ਦੇ ਅੱਡ-ਅੱਡ ਵਿਭਾਗ ਜਿਹੜੇ ਬੱਚਿਆਂ ਨੂੰ ਸੰਭਾਲਦੇ ਉਹਨਾਂ ਨੇ ਲੱਭ ਲਏ। ਪਰ ਇਹਦੇ ਬਾਵਜੂਦ ਇਹਨਾਂ 6 ਸਾਲਾਂ 'ਚ ਜਿਹੜੇ 9800 ਦੇ ਕਰੀਬ ਬੱਚੇ ਗਾਇਬ ਹੋਏ ਆ, ਇਹਨਾਂ 'ਚੋਂ 1450 ਬੱਚੇ ਅਜੇ ਤੱਕ ਲੱਭੇ ਨਹੀਂ। ਪਰ ਇਹਦੇ ਨਾਲੋਂ ਵੀ ਸੀਰੀਅਸ ਗੱਲ ਕੀ ਹੈ? ਉਹ ਇਹ ਆ ਕਿ 1019 ਬੱਚੇ ਜਿਹੜੇ ਆ ਉਹ ਅਜੇ ਤੱਕ ਮਤਲਬ ਉਹ ਇਹਨਾਂ ਜਿਹੜੇ ਹੈਗੇ 1450 ਬੱਚੇ, ਉਹਨਾਂ 'ਚੋਂ 1019 ਲੜਕੀਆਂ ਨੇ। ਲੜਕੀਆਂ ਨੂੰ ਗਾਇਬ ਕਰਨ ਦਾ ਕੀ ਮਤਲਬ ਹੈ? ਮੈਂ ਕਈ ਵਾਰ ਇਹ ਸਵਾਲ ਉਠਾਇਆ ਕਿ ਭਾਰਤ ਕਿੰਨੀ ਕੁ ਤਰੱਕੀ ਕਰ ਗਿਆ। ਇੰਨੀ ਤਰੱਕੀ ਕਰ ਜਾਣ ਦੇ ਬਾਵਜੂਦ ਅਜੇ ਤੱਕ ਦਿੱਲੀ ਵਿੱਚ, ਬੰਬੇ ਵਿੱਚ, ਕਲਕੱਤੇ 'ਚ, ਬੰਗਲੌਰ 'ਚ, ਹੈਦਰਾਬਾਦ, ਚੇਨਈ, ਮਦਰਾਸ ਵਿੱਚ ਇਹਨਾਂ ਸਭ ਥਾਵਾਂ ਦੇ ਉੱਤੇ ਦੇਹ ਬਾਜ਼ਾਰ ਚੱਲਦਾ ਜੀ। ਉਹਦੇ 'ਚ ਗੁਆਂਢੀ ਦੇਸ਼ਾਂ ਤੋਂ ਵੀ ਕੁੜੀਆਂ ਲਿਆਂਦੀਆਂ ਜਾਂਦੀਆਂ, ਨੌਕਰੀ ਦੇ ਬਹਾਨੇ ਲਿਆਂਦੀਆਂ ਜਾਂਦੀਆਂ। ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ 'ਚੋਂ ਵੀ ਲਿਆਂਦੀਆਂ ਜਾਂਦੀਆਂ ਤੇ ਆ ਕੇ ਆਖਿਆ ਜਾਂਦਾ ਦਿੱਲੀ ਜਾ ਕੇ ਗਾਇਬ ਹੋ ਗਈ, ਗਵਾਚ ਗਈ। ਆ ਜਿਹੜੇ ਬਾਲ ਸੰਭਾਲ ਘਰ ਆ, ਇਹਨਾਂ ਵਿੱਚੋਂ ਵੀ ਬੱਚਿਆਂ ਨੂੰ ਗਾਇਬ ਕੀਤਾ ਜਾਂਦਾ। ਕੁਝ ਬੱਚਿਆਂ ਨੂੰ ਬਦਮਾਸ਼ ਲੈ ਜਾਂਦੇ ਆ, ਉਹਨਾਂ ਦੇ ਹੱਡ ਪੈਰ ਤੋੜ ਕੇ ਚੌਂਕਾਂ 'ਚ ਮੰਗਣ ਲਾ ਦਿੰਦੇ ਆ। ਕਈ ਵਾਰੀ ਬੱਚਿਆਂ ਨੂੰ ਕੋਈ ਨਾ ਕੋਈ ਪਛਾਣ ਲੈਂਦਾ, ਫੜੇ ਵੀ ਜਾਂਦੇ ਆ। ਪਰ ਪੁਲਿਸ ਉਹ ਬੱਚਾ ਜਿਹੜਾ ਇੱਕ ਫੜਿਆ ਗਿਆ ਉਹਦਾ ਕੇਸ ਲੈਂਦੀ ਆ। ਇਹ ਨਹੀਂ ਵੇਂਦੀ ਕਿ ਉਹਨੂੰ ਲਿਆ ਕੇ ਉੱਥੇ ਬਿਠਾਉਣ ਵਾਲੇ ਬਦਮਾਸ਼ ਕਿਹੜੇ ਆ ਤੇ ਉਹਨਾਂ ਨੂੰ ਲੱਭ ਕੇ ਤੇ ਬਾਕੀ ਬੱਚੇ ਵੀ ਬਚਾਏ ਜਾਣ। ਕੋਈ ਪ੍ਰਬੰਧ ਨਹੀਂ ਇਸ ਕਿਸਮ ਦਾ। ਇਹਦੇ ਤੋਂ ਬਾਅਦ ਫਿਰ ਤੁਸੀਂ ਇਹ ਵੇਖੋ ਕਿ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨੇ, ਇਹ ਕੁਝ ਬੱਚਿਆਂ ਨੂੰ, ਜਿਹੜੇ ਮੁੰਡੇ ਨੇ, ਉਹਨਾਂ ਨੂੰ ਅੱਡ-ਅੱਡ ਘਰਾਂ 'ਚ ਨੌਕਰ ਦੇ ਤੌਰ ਤੇ ਕੰਮ ਕਰਨ ਵਾਸਤੇ ਵੀ ਲਿਜਾਇਆ ਜਾਂਦਾ। ਆਹ ਜਿਹੜੀਆਂ ਲੜਕੀਆਂ ਨੇ, ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਨੂੰ ਇੱਥੋਂ ਚੁੱਕ ਕੇ ਲਿਜਾ ਕੇ ਕਿਹੜਾ ਕੰਮ ਇਹਨਾਂ ਤੋਂ ਕਰਾਉਂਦੇ ਹੋਣਗੇ ਜੀ। ਫਿਰ ਸਰਕਾਰ ਤੇ ਸਰਕਾਰ ਦੇ ਅੱਡ-ਅੱਡ ਵਿਭਾਗ ਕਰਦੇ ਕੀ ਹੈ? ਜਿਹੜੇ ਬਾਲ ਸੰਭਾਲ ਘਰਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਲਾਪਰਵਾਹੀ ਹੁੰਦੀ ਆ ਤੇ ਬੱਚੇ ਗਾਇਬ ਹੁੰਦੇ ਆ, ਉੱਥੋਂ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤੀ ਕੀਤੀ ਕਿਉਂ ਨਹੀਂ ਜਾਂਦੀ? ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਕਿਤੇ ਇਹ ਤਾਂ ਨਹੀਂ ਕਿ ਮਿਲ ਮਿਲਾ ਕੇ ਭਜਾ ਦਿੰਦੇ ਹੋਣ ਤੇ ਬਾਅਦ 'ਚ ਕਹਿੰਦੇ ਹੋਣ ਉਹ ਤਾਂ ਭੱਜ ਗਈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ। ਇਹ ਹਰ ਵਾਰੀ ਪਤਾ ਨਹੀਂ ਲੱਗਾ ਕਿਉਂ? ਇੰਨੇ ਸੈਂਕੜਿਆਂ ਦੀ ਗਿਣਤੀ 'ਚ ਬੱਚੇ ਗਾਇਬ ਹੋਈ ਜਾਣ ਔਰ ਬੱਚਿਆਂ ਵਿੱਚ ਖਾਸ ਤੌਰ ਤੇ ਇੰਨੀਆਂ ਕੁੜੀਆਂ ਗਾਇਬ ਹੋਈ ਜਾਣ ਤੇ ਸਰਕਾਰ ਨੂੰ ਕਦੇ ਇਹਦੀ ਨੀਂਦ ਹੀ ਨਾ ਖੁੱਲੇ, ਨਾ ਪਿਛਲੀ ਸਰਕਾਰ ਨੂੰ, ਉਹ ਤੋਂ ਪਿਛਲੀ ਸਰਕਾਰ, ਨਾ ਹੋਣ ਵਾਲੀ ਸਰਕਾਰ। ਤੇ ਫਿਰ ਲੋਕੀ ਕੀ ਕਹਿਣਗੇ? ਇਸ ਮਾਮਲੇ ਦੇ ਵਿੱਚ ਪਿਛਲੀਆਂ ਸਰਕਾਰਾਂ ਨੂੰ ਛੱਡੋ ਕੀ ਕੁਛ ਹੈ, ਹੁਣ ਵਾਲੀ ਸਰਕਾਰ ਨੂੰ ਅੱਗੇ ਤੋਂ ਇਹੋ ਜਿਹੇ ਪ੍ਰਬੰਧ ਕਰਨੇ ਚਾਹੀਦੇ ਆ ਕਿ ਅੱਜ ਦੇ ਬਾਅਦ ਕਿਸੇ ਕਿਸਮ ਦਾ ਕੋਈ ਹੋਰ ਬੱਚਾ ਕਿਸੇ ਥਾਂ ਤੋਂ ਇਸ ਤਰ੍ਹਾਂ ਗਾਇਬ ਨਾ ਹੋਵੇ। ਜੀ, ਗੱਲ ਸਹੀ ਹੈ ਤੁਹਾਡੀ। ਸਰਕਾਰ ਦੀ ਅੱਖ ਇਸ ਮਾਮਲੇ ਤੇ ਖੁੱਲਣੀ ਚਾਹੀਦੀ ਹੈ। ਪੰਨ ਸਾਹਿਬ, ਉਧਰ ਸ਼੍ਰੀਲੰਕਾ ਦੀ ਜੇਕਰ ਗੱਲ ਕਰੀਏ, ਪਿਛਲੇ ਦਿਨੀ ਵੀ ਗੱਲ ਕੀਤੀ ਸੀ, ਰਾਸ਼ਟਰਪਤੀ ਸਾਹਿਬ ਨੇ ਘਰ ਛੱਡਿਆ ਸੀ, ਆਪਾਂ ਕਹਿੰਦੇ ਰਾਸ਼ਟਰਪਤੀ ਭਵਨ ਛੱਡਿਆ ਸੀ, ਹੁਣ ਪਤਾ ਲੱਗਿਆ ਦੇਸ਼ ਹੀ ਛੱਡ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਘਰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਕਿਸ ਤਰ੍ਹਾਂ ਦੇ ਹਾਲਾਤ ਅੱਗੇ ਬਣਦੇ ਜਾ ਰਹੇ? ਸਰਕਾਰ ਜਲਦੀ ਬਣੇਗੀ? ਹੁਣ ਤਾਂ ਗੱਲ ਹੋਰ ਅੱਗੇ ਚਲੀ ਗਈ ਹੈ। ਸਰਕਾਰ ਦਾ ਜਿਹੜਾ ਸਰਕਾਰੀ ਚੈਨਲ ਹੈ, ਟੀਵੀ ਚੈਨਲ, ਜੀ,
ਉਹਦੇ ਉੱਤੇ ਜਾ ਕੇ ਭੀੜ ਨੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਆਪਣੇ ਤੌਰ ਤੇ ਪ੍ਰੋਗਰਾਮ ਟੈਲੀਕਾਸਟ ਕਰਨੇ ਸ਼ੁਰੂ ਕਰਤੇ, ਪਿੱਛੋਂ ਮੁੜ ਕੇ ਸਾਰਾ ਸਿਸਟਮ ਬੰਦ ਕੀਤਾ। ਰਾਸ਼ਟਰਪਤੀ ਭਵਨ ਤੇ ਲੋਕਾਂ ਦਾ ਕਬਜ਼ਾ। ਰਾਸ਼ਟਰਪਤੀ ਗੋਟਬਾਇਆ ਰਾਜਪਕਸੇ, ਇਹ ਰਾਜਪਕਸੇ ਪਰਿਵਾਰ, ਪ੍ਰਧਾਨ ਮੰਤਰੀ ਰਾਜਪਕਸੇ, ਉਹਦਾ ਭਰਾ ਰਾਸ਼ਟਰਪਤੀ ਗੋਟਬਾਇਆ ਰਾਜਪਕਸੇ, ਇਹਨਾਂ ਦੇ ਘਰ ਦੇ 12 ਜੀ ਨੇ, ਕੋਈ ਐਡਵਾਈਜ਼ਰ, ਕੋਈ ਕਿਸੇ ਚੀਜ਼ ਦਾ ਚੇਅਰਮੈਨ, ਇਹ ਸਾਰੇ ਰਾਜ ਪਰਿਵਾਰ, ਇਹਨਾਂ ਚੋਂ ਇੱਕ ਮੰਤਰੀ ਵੀ, ਸਾਰੇ ਅੱਡ-ਅੱਡ ਪੋਸਟਾਂ ਉੱਤੇ ਸਨ, ਹੁਣ ਸਾਰੇ ਹੀ ਭੱਜ ਗਏ ਆ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਸ੍ਰੀਲੰਕਾ ਦੇ ਇੱਕ ਟਾਪੂ ਦੇ ਉੱਤੇ ਟ੍ਰਿੰਕੋਮਾਲੀ 'ਚ, ਜਿੱਥੇ ਸਮੁੰਦਰੀ ਫੌਜ ਦਾ ਅੱਡਾ, ਉੱਥੇ ਜਾ ਕੇ ਪਨਾਹ ਲੈ ਕੇ ਬੈਠਾ। ਰਾਸ਼ਟਰਪਤੀ ਗੋਟਬਾਇਆ ਰਾਜਪਕਸੇ ਭੱਜ ਕੇ ਗਿਆ, ਏਅਰਪੋਰਟ ਤੋਂ ਜਾ ਕੇ ਨੇ ਬਾਹਰ ਜਾਣਾ ਸੀ। ਏਅਰਪੋਰਟ ਦੇ ਮੁਲਾਜ਼ਮਾਂ ਨੇ ਆਖਿਆ ਕਿ ਅਸੀਂ ਇਹਦੀ ਫਲਾਈਟ ਉੱਡਣ ਨਹੀਂ ਦੇਣੀ। ਜਦੋਂ ਮੁਲਾਜ਼ਮ ਹੀ ਪੈ ਗਏ ਕਿ ਇਹ ਲੁੱਟ ਕੇ ਖਾ ਗਏ ਸਾਰਾ ਪਰਿਵਾਰ, ਅਸੀਂ ਉੱਡਣ ਨਹੀਂ ਦੇਣਾ, ਫਿਰ ਉਹ ਵਾਪਸ ਗਿਆ। ਸਾਰੀ ਰਾਤ ਗੱਲ ਚੱਲਦੀ ਪਈ। ਅੱਜ ਤੜਕੇ 2-3 ਵਜੇ ਸਮਝੌਤਾ ਹੋਇਆ। ਸਮਝੌਤੇ ਵਿੱਚ ਉਹਨੇ ਅਸਤੀਫੇ ਤੇ ਦਸਤਖਤ ਕੀਤੇ ਤੇ ਸਮਝੌਤਾ ਇਸ ਗੱਲ ਤੇ ਕਿ ਮੈਂ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ, ਤੁਸੀਂ ਮੈਨੂੰ ਮੇਰੇ ਪਸੰਦ ਦੇ ਥਾਂ ਦੇਸ਼ ਤੋਂ ਬਾਹਰ ਜਾਣ ਦੀ ਆਗਿਆ ਦਿਓ। ਉੱਥੋਂ 1200 ਕਿਲੋਮੀਟਰ ਪਰੇ ਹੋਏ ਮਾਲਦੀਵ ਹੈ, ਉੱਥੇ ਉਹ ਚਲਾ ਗਿਆ। ਉੱਥੇ ਜਾ ਕੇ ਉਹਨੇ ਪਨਾਹ ਲੈ ਲਈ ਹੈ। ਸਮੁੰਦਰ ਦੇ ਵਿਚਾਲੇ ਮਾਲਦੀਵ ਦੇਸ਼ ਹੈ, ਸ੍ਰੀਲੰਕਾ ਤੋਂ ਵਾਹਵਾ ਦੂਰ ਪੈ ਜਾਂਦਾ, ਉੱਥੇ ਚਲਾ ਗਿਆ। ਜਿਹੜੇ ਲੋਕ ਰੋਟੀ ਨੂੰ ਰੋਂਦੇ ਪਏ, ਭੁੱਖ ਦੇ ਤੰਗ ਕੀਤੇ ਪਏ, ਉਹ ਇਸ ਵੇਲੇ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਦੇਸ਼ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ। ਖਾਸ ਤੌਰ ਤੇ ਇੱਕ ਪਰਿਵਾਰ, ਰਾਜਪਕਸੇ ਪਰਿਵਾਰ ਜਦੋਂ ਹੀ ਆਇਆ, ਇਹਨਾਂ ਦੇ ਕੋਲ ਸਾਰੀਆਂ ਸੀਟਾਂ ਤੋਂ ਇਹਨਾਂ ਦੇ ਟੱਬਰ ਦੇ ਜੀ ਇਦਾਂ ਜਿੱਤੇ ਸੀ ਕਿ ਪੁਰਾਣੇ ਰਿਕਾਰਡ ਟੁੱਟ ਗਏ ਸੀ। ਤੇ ਤਜਰਬਾ ਕੀ ਦੱਸਦਾ, ਜਿੱਥੇ ਜਿੱਥੇ ਇੱਕ ਪਰਿਵਾਰ ਰਾਜਨੀਤੀ ਵਿੱਚ ਕਿਸੇ ਪਾਰਟੀ, ਕਿਸੇ ਸੂਬੇ ਜਾਂ ਕਿਸੇ ਦੇਸ਼ ਦੇ ਉੱਤੇ ਭਾਰੂ ਹੋ ਜਾਂਦਾ, ਸਾਡੇ ਜਿੰਨੇ ਵੀ ਪਰਿਵਾਰ ਭਾਰੂ ਹੋਏ ਆ, ਨਹਿਰੂ ਗਾਂਧੀ ਪਰਿਵਾਰ ਤੋਂ ਲੈ ਕੇ ਉਧਰ ਠਾਕ ਤੱਕ, ਜਿਹੜੇ ਮਰਜ਼ੀ ਸੂਬੇ ਵਿੱਚ ਚਲ ਜਾਓ ਜਾਂ ਸੈਂਟਰ ਚਲ ਜਾਓ, ਇਹਨਾਂ ਸਾਰਿਆਂ ਜੋ ਚੰਦ ਚੜ੍ਹੇ ਆ। ਸ੍ਰੀਲੰਕਾ ਵੀ ਇਸੇ ਕਰਕੇ ਡੁੱਬਿਆ ਤੇ ਹੁਣ ਲੋਕਾਂ ਦਾ ਗੁੱਸਾ ਹਰ ਕਿਸਮ ਦੀ ਰਾਜਨੀਤੀ, ਹਰ ਕਿਸਮ ਦੇ ਲੀਡਰਾਂ ਦੇ ਖਿਲਾਫ ਨਿਕਲ ਰਿਹਾ। ਇਸ ਵੇਲੇ ਪਾਰਲੀਮੈਂਟ ਨੂੰ ਵੀ ਘੇਰਾ ਪਾਇਆ ਪਿਆ, ਪਤਾ ਨਹੀਂ ਭਲਕ ਤੱਕ ਕੀ ਬਣੇਗਾ। ਖੈਰ ਇਹ ਆ ਕਿ ਪਹਿਲੇ ਗਲੋਂ ਲੱਥ ਗਏ, ਨਵੇਂ ਜਿਹੜੇ ਅੱਜ ਭਲਕੇ ਪਰਸੋਂ ਦੇ ਵਿੱਚ ਚੁਣੇ ਜਾਣੇ ਆ, ਉਹਨਾਂ ਦੇ ਸਾਹਮਣੇ ਇਹ ਚੁਣੌਤੀ ਹੋਵੇਗੀ ਕਿ ਦੇਸ਼ ਦੀ ਆਰਥਿਕਤਾ ਨੂੰ ਵੀ ਸੁਧਾਰਨ। ਨਾਲ ਦੀ ਨਾਲ ਇਹ ਆ ਕਿ ਜਿੱਦਾਂ ਭੀੜ ਬਾਜ਼ਾਰਾਂ 'ਚ ਆ ਗਈ ਆ, ਅਮਨ ਕਾਨੂੰਨ ਦੀ ਸਥਿਤੀ ਸੰਭਾਲਣ, ਨਹੀਂ ਤੇ ਉੱਥੇ ਗ੍ਰਹਿ ਯੁੱਧ ਲੱਗ ਗਿਆ ਤੇ ਲੋਕਾਂ ਦਾ ਮਰਨਾ ਮਾਰਨਾ, ਇੱਕ ਦੂਸਰੇ ਨੂੰ ਕੱਟਵੜ ਜਿਹੜੀ ਸ਼ੁਰੂ ਹੋ ਗਈ, ਉਹ ਮੁੜ ਕੇ ਕੰਟਰੋਲ ਤੋਂ ਬਾਹਰ ਹੋ ਜਾਣੀ ਆ। ਇਹਨੂੰ ਸੰਭਾਲਣ ਲਈ ਹੁਣ ਤੋਂ ਯਤਨ ਕਰਨਾ ਪਏਗਾ। ਇੱਕ ਗੱਲ ਪੰਜ ਸਾਹਿਬ ਹੋਰ ਹੋ ਗਈ ਨਾ, ਹੁਣ ਲੋਕਤੰਤਰ ਨੇ ਤਾਂ ਲੋਕਾਂ ਨੇ ਗੱਲ ਦਿਖਾ ਦਿੱਤੀ ਕਿ ਸ਼੍ਰੀਲੰਕਾ ਦੀ ਤਰ੍ਹਾਂ ਹੋਰ ਦੇਸ਼ਾਂ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ, ਨਾ ਬਣਨੇ ਤਾਂ ਉਦਾਂ ਵਧੀਆ। ਬਾਕੀ ਖਬਰਾਂ ਤੁਸੀਂ ਚਰਚਾ ਕੀਤੀ, ਹਰ ਰੋਜ਼ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੀ ਮੈਮ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਹੈ। ਨਵਜੀਤ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।